असलामुअलैकुम किसान वीरो, अगर अज की वीडियो मुकम्मल नहीं वेखी तो समझ लो कि कुछ भी नहीं वेख्या। तुसी अपने आप नू नुकसान तो बचण लई यह वीडियो एंड तक जरूर वेख्यो। बाईबादी, जहरबाद, किरमकुश, गलगोटू, मोखुर और अथरू जानवर सूण तो पहले, जानवर सूण तो बाद और इस तो अलावा कई देसी बेहतरीन एक एक बीमारी दे तीन तीन इलाज बाबा जी सानू दस रहे ने और मैनू यकीन है कि इन्हां दे इलाज आसान भी ने और कार आमद भी ने। यकीन करियो इहो जी वीडियो बहुत ही घट बनदी है। असी ਇਹ ਵੀਡੀਓ ਤੁਹਾਡੇ ਵਾਸਤੇ ਇੱਕ ਤੋਹਫਾ ਤਨ ਪੇਸ਼ ਕਰਨਾ ਚਾਹੁੰਦੇ ਹਾਂ। ਵੀਡੀਓ ਨੂੰ ਆਖਿਰ ਤੱਕ ਵੇਖਿਓ ਔਰ ਬਾਬਾ ਜੀ ਦੀਆਂ ਗੱਲਾਂ, ਉਹਨਾਂ ਦੇ ਦੇਸੀ ਇਲਾਜ ਜਿਹੜੇ ਕਿ ਬੜੇ ਹੀ ਮੁਫੀਦ ਨੇ, ਉਹਨਾਂ ਤੋਂ ਭਰਪੂਰ ਫਾਇਦਾ ਲਿਓ। ਤੇ ਵੀਡੀਓ ਵੇਖਣ ਤੋਂ ਪਹਿਲੇ ਜਲਦੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਨਾਲੇ ਲਾਈਕ ਵੀ ਕਰਿਓ ਔਰ ਬੈਲ ਆਈਕਨ ਨੂੰ ਵੀ ਦਬਾ ਦਿਓ ਤਾਂ ਕਿ ਜਿਸ ਤਰ੍ਹਾਂ ਹੀ ਨਵੀਂ ਵੀਡੀਓ ਆਏਗੀ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਏਗਾ। ਤੇ ਆਓ ਇੱਕ ਇੰਤਹਾਈ ਮੁਫੀਦ ਵੀਡੀਓ ਵੇਖਨੇ ਆ। अस्सलाम वालेकुम जी वालेकुम अस्सलाम ਬਜ਼ੁਰਗੋ, ਕੀ ਨਾਂ ਹੈ ਤੁਹਾਡਾ? जी मेरा नाम अरशद अली ਪਿੰਡ ਕਿਹੜਾ ਜੇ? सईदे अली ਸੈਦੇ ਵਾਲੀ। जी ਅੱਛਾ ਅਰਸ਼ਦ ਸਾਹਿਬ, ਕਿੰਨੀ ਦੇਰ ਹੋ ਗਈ ਤੁਹਾਨੂੰ ਜਾਨਵਰਾਂ ਦਾ ਕੰਮ ਕਰਦਿਆਂ, ਡੰਗਰ ਰੱਖਦਿਆਂ? जी मेरी तो जिंदगी लंघ गई है इसे ही काम दे विच। जो पिछली जिंदगी जिहड़ी है बचपन तो टुर के ते असीं मालदारी रखी है, डंगर ही रखे ने ते यही कीता है। बड़ी गल है। ਅੱਛਾ ਅਰਸ਼ਦ ਸਾਹਿਬ, ਤੁਸੀਂ ਇਹ ਦੱਸੋ ਕਿ ਅਗਰ ਤੁਹਾਡਾ ਡੰਗਰ ਕੋਈ ਬਿਮਾਰ ਹੋ ਜਾਂਦਾ ਹੈ जी ਤੇ ਉਹਦਾ ਕੀ ਫਿਰ ਤੁਸੀਂ ਇਲਾਜ ਡਾਕਟਰੀ ਕਰਾਉਂਦੇ ਹੋ ਜਾਂ ਦੇਸੀ? जी ਅਸੀਂ ਡਾਕਟਰੀ ਵੀ ਕਰਾ ਲੈਨੇ ਆ ਤੇ ਤਕਰੀਬਨ ਅੱਲਾ ਕਰਮ ਕਰੇ ਤੇ ਉਹਦਾ ਆਪ ਹੀ ਜਿਹੜਾ ਬੰਦਾ ਮਾਲ ਦੇ ਵਿੱਚ ਰਹਿੰਦਾ ਉਹਨੂੰ ਪਤਾ ਹੁੰਦਾ ਹੁਣ ਇਹਨੂੰ ਕੀ ਮਸਲਾ ਹੈ। ਜੇ ਤੇ ਆਪਣੀ ਸਮਝ ਵਿੱਚ ਆਈਏ ਤੇ ਉਹਦੇ ਉਸ ਸਮਝ ਦੇ ਮੁਤਾਬਕ ਉਹਨੂੰ ਉਹ ਇਲਾਜ ਮਾਰਚਾ ਉਹਦਾ ਕਰ ਦਈਦਾ। ਅਗਰ ਆਪਣੀ ਸਮਝ ਵਿੱਚ ਨਹੀਂ ਆਵੇ ਤੇ ਫਿਰ ਅਸੀਂ ਉਹਦਾ ਡਾਕਟਰ ਨੂੰ ਰਾਬਤਾ ਕਰ ਲਈਦਾ। ਡਾਕਟਰ ਮਾਸ਼ਾਅੱਲਾ ਸਾਡੇ ਪਿੰਡ ਦਾ ਡਾਕਟਰ ਖਲੀਲ, ਠੀਕ ਹੈ, ਤੇ ਬਹੁਤ ਅੱਛਾ ਕਾਬਲ ਡਾਕਟਰ ਹੈ। ਕੁਝ ਲੋਕ ਇਹ ਕਹਿੰਦੇ ਨੇ ਕਿ ਦੇਸੀ ਇਲਾਜ ਜਿਹੜਾ ਵੇ ਉਹ ਬਿਹਤਰ ਹੁੰਦਾ ਹੈ। ਬਿਹਤਰ ਹੁੰਦਾ ਬੇਸ਼ੱਕ। ਉਹਦੇ ਨਾਲ ਡੰਗਰ ਦੀ ਜਿਹੜਾ ਦੁੱਧ ਦੇਣ ਦੀ ਕਪੈਸਿਟੀ ਹੈ ਉਹ ਨਹੀਂ ਡਾਊਨ ਹੁੰਦੀ, ਡੰਗਰ ਮਾੜਾ ਨਹੀਂ ਹੁੰਦਾ, ਡੰਗਰ ਦੀ ਸਿਹਤ ਤੇ ਕੋਈ ਅਸਰ ਨਹੀਂ ਹੁੰਦਾ ਉਸ ਤਰ੍ਹਾਂ ਦਾ। ਜਦਕਿ ਟੀਕੇ ਲਵਾਉਣ ਨਾਲ ਜਾਂ ਵਲੈਤੀ ਦਵਾਵਾਂ ਦੇਣ ਨਾਲ ਡੰਗਰ ਜਿਹੜਾ ਲਿੱਸਾ ਹੋ ਜਾਂਦਾ, ਉਹਦੀ ਉਹ ਕਪੈਸਿਟੀ ਨਹੀਂ ਰਹਿੰਦੀ। ਤੁਹਾਡਾ ਕੀ ਖਿਆਲ ਹੈ? ਨਹੀਂ ਜੀ, ਇਹ ਕੋਈ ਨਹੀਂ, ਡੰਗਰ ਨੂੰ ਫਰਕ ਆ ਸਕਦਾ। ਜਿਹੜਾ ਦਵਾਈ ਤੁਹਾਨੂੰ ਦੱਸਿਆ ਨਾ ਡਾਕਟਰ ਪਿੰਡ ਆਪਣੇ ਦਾ ਖਰੀਦ, ਅਸਾਂ ਉਹ ਦੁੱਧ ਵਾਲਿਆਂ ਨੂੰ ਵੀ ਦੇ ਕੇ ਉਹਦੇ ਕੋਲੋਂ ਟੀਕੇ ਸ਼ੀਕੇ ਲਵਾ ਕੇ ਵੇਖਿਆ ਕਿ ਜਿਹੜਾ ਆਪਣੀ ਸਮਝ ਵਿੱਚ ਨਹੀਂ ਆਇਆ, ਇੱਕ ਦਵਾਈ ਅੰਗਰੇਜ਼ੀ ਦਾ ਇਹ ਮਸਲਾ, ਉਹਨੂੰ ਉਹ ਨਹੀਂ ਦੇਸੀ ਨਾਲ ਉਹਨੂੰ ਆਰਾਮ ਆਉਂਦਾ। ਸਹੀ ਹੈ। ਤੇ ਫਿਰ ਉਹਨੂੰ ਡਾਕਟਰ ਨਾਲ ਹੀ ਰਾਬਤਾ ਕਰਨਾ ਪੈਣਾ। ਤੇ ਡਾਕਟਰ ਨਾਲ ਕੀਤਾ, ਅੱਲਾ ਕਰਮ ਕਰੇ ਡੰਗਰ ਜਦੋਂ ਉਹਨੂੰ ਠੀਕ ਹੋਇਆ ਉਦੋਂ ਨੂੰ ਆਪਣੀ ਦੁੱਧ ਦੀ ਵੀ ਰੂਟੀਨ ਉਹਦੀ ਪੂਰੀ ਹੋ ਗਈ ਹੈ। ਦੁੱਧ ਉਹਨਾਂ ਨੇ ਘਟਾਇਆ? ਦੁੱਧ ਨਹੀਂ ਉਹਨਾਂ ਨੇ ਘਟਾਇਆ। ਅੱਛਾ, ਉਹਨਾਂ ਦੁੱਧ ਵਾਲੀ ਇੱਕ ਦਵਾਈ ਨਾਲ ਦਿੰਦਾ ਇੱਕ ਪੁੜੀ ਜਿਹੀ, ਉਹ ਅੱਲਾ ਕਰਮ ਕਰੇ ਤੇ ਦੁੱਧ ਜਾਨਵਰ ਪੂਰਾ ਦਿੰਦਾ। ਸਹੀ ਹੋ ਗਿਆ। ਯਾਨੀ ਉਹ ਪੁੜੀ ਦਾ ਨਾਂ ਦੱਸ ਸਕਦੇ ਹੋ ਜਾਂ ਉਂਝ ਹੀ ਕੋਈ ਫਕੀਰ? ਨਹੀਂ ਜੀ, ਉਹਨੂੰ ਹੀ ਫੱਕੀ, ਉਹਨੂੰ ਡਾਕਟਰ ਨੂੰ ਪਤਾ, ਉਹ ਹੀ ਲਿਖ ਕੇ ਦਿੰਦਾ ਰਿਹਾ ਤੇ ਉਹ ਹੀ ਲਿਆਉਂਦਾ ਰਿਹਾ ਸੀ ਨਾਮ। ਅੱਛਾ, ਹੁਣ ਤੁਸੀਂ ਇਹ ਦੱਸਣਾ ਹੈ ਕਿ ਜਿਹੜਾ ਮੱਝ ਨੂੰ ਅਗਰ ਸਾੜੂ ਹੋਈ ਹੈ ਜੀ, ਉਹਦਾ ਫਿਰ ਕੀ ਇਲਾਜ ਹੋਣਾ ਚਾਹੀਦਾ ਦੇਸੀ? ਸਾੜੂ ਹੋਏ ਤੇ ਅਸੀਂ ਉਹਨੂੰ ਜ਼ਿਆਦਾਤਰ ਦੇਸੀ ਤੇਲ ਤੇ ਹਲਦੀ ਦਿੰਦੇ ਆ। ਫਿਰ ਦੇਸੀ ਤੇਲ ਜਾਂ ਦੁੱਧ, ਗਾਈ ਦਾ ਦੁੱਧ ਤੇ ਵਿੱਚ ਹਲਦੀ ਪਾ ਕੇ ਤੇ ਉਹ ਵੀ ਦਿੰਦੇ ਆ। ਵਾਲਾ ਦਵਾ ਕੇ ਗਾਈ ਦੇ ਦੁੱਧ ਨੂੰ ਕਿਲੋ ਦੁੱਧ ਹੋਵੇ ਉਹਨੂੰ ਵਾਲਾ ਦਵਾ ਕੇ ਤੇ ਉਹਦੇ ਵਿੱਚ ਅੱਧ ਪਾ ਹਲਦੀ ਪਾ ਕੇ ਤੇ ਉਹ ਦੇਈਏ ਤੇ ਅੱਲਾ ਕਰਮ ਕਰੇ ਉਹਦਾ ਸਾੜੂ ਜਿਹੜਾ ਠੀਕ ਹੋ ਜਾਂਦਾ। ਇੱਕ ਵਾਰੀ ਨਹੀਂ, 2 ਵਾਰਾਂ ਦੇਣਾ ਪੈਂਦਾ, 2-3 ਵਾਰਾਂ ਬਲਕਿ ਦੇਣਾ ਪੈ ਜਾਂਦਾ, ਬਣਾ ਕੇ ਬਿਲਕੁਲ ਸਹੀ ਹੋ ਜਾਂਦਾ। ਠੀਕ ਹੋ ਗਿਆ ਅੱਲਾ ਕਰੇ। ਤੇ ਚੰਦਰੀ ਹੋਈ ਹੈ ਤੇ ਫਿਰ ਚੰਦਰੀ ਹੋਏ ਤੇ ਚੰਦਰੀ ਦਾ ਲਾਲ ਮਿਰਚਾਂ ਜਿਹੜੀਆਂ ਨੇ ਜਾਂ ਉਹਨੂੰ ਕਾਲੀ ਜੀਰੀ ਤੇ ਦੇਸੀ ਘਿਓ ਦਿੰਦੇ ਆ, ਨਾਲ ਟੀਕਾ ਲਿਆ ਕੇ ਲਾਈਦਾ। 40 ਲੱਖ ਪੈਲਸਲੀਨ ਉਹਨੂੰ ਆਂਦੇ ਨੇ, ਉਹ ਟੀਕਾ ਲਿਆ ਕੇ ਲਾਈਦਾ। ਅੱਲਾ ਕਰਮ ਕਰੇ ਤੇ ਉਹ ਵੀ ਠੀਕ ਹੋ ਜਾਂਦੀ ਹੈ। ਠੀਕ ਹੋ ਗਿਆ। ਦੇ ਜ਼ਹਿਰਬਾਦ ਹੋਈਏ ਜਾਨਵਰ ਨੂੰ ਕੀੜੇ ਪਾਈਣ ਕਰਮਕੁਸ਼ ਕਿਸ ਤਰ੍ਹਾਂ ਕਰਦੇ ਹੋ? ਕੀੜੇ ਕਿਰਮਾਂ ਦੀ ਦਵਾਈ ਲਿਆ ਕੇ ਦੇ ਲਓ। ਅਗਰ ਉਹ ਨਹੀਂ ਲਿਆ ਕੇ ਦੇਣੀ, ਅੱਕ ਲੱਭਦਾ ਇਹ ਭਿੱਡੂ ਵਾਲਾ, ਉਹਦੀਆਂ ਜੜ੍ਹਾਂ ਲਿਆ ਕੇ ਕੁੱਟ ਕੇ ਉਹਨਾਂ ਨੂੰ ਬਣਾ ਕੇ ਤੇ ਉਹਦੇ ਵਿੱਚ ਉਹ ਦਿਓ ਤੇ ਉਹਦੇ ਕੀੜੇ ਕਿਰਮ ਜਿਹੜੇ ਨੇ ਉਹ ਖਤਮ ਹੋ ਜਾਣਗੇ ਮੇਜ਼ੇ ਦੇ ਪੇਟ ਦੇ। ਮੂੰਹ ਖੁਰ ਹੋਈਏ ਤੇ ਫਿਰ ਕੀ ਇਲਾਜ ਕਰੀਏ ਦੇਸੀ? ਮੂੰਹ ਖੁਰ ਹੋਈਏ ਤੇ ਦੇਸੀ ਇਲਾਜ ਉਹਦੇ ਮੂੰਹ ਦੇ ਵਿੱਚ ਆਂਡੇ ਭੰਨੋ। ਅਗਰ ਉਹ ਕੰਮ ਨਹੀਂ ਹੁੰਦਾ, ਨਹੀਂ ਆਂਡੇ ਭੰਨੇ, ਆਂਡੇ ਭੰਨਣੇ ਬਿਹਤਰ ਹੈ ਤੇ ਸੌਖਾ ਆਸਾਨ ਤਰੀਕਾ ਹੈ ਮੂੰਹ ਖੁਰ ਦਾ, ਅੱਲਾ ਬਿਹਤਰ ਕਰ ਦਿੰਦਾ। ਆਂਡੇ ਜਿਹੜੇ ਨੇ ਉਹ ਕਿੰਨੇ ਕੁ ਹੋਣ ਔਰ ਉਹਦੇ ਮੂੰਹ 'ਚ ਰੱਖ ਕੇ? ਦੇਸੀ ਆਂਡਾ ਭੰਨਣਾ ਉਹਦੇ ਮੂੰਹ ਦੇ ਵਿੱਚ ਤਕਰੀਬਨ 2 ਇੱਕ ਟਾਈਮ ਦੇ। ਠੀਕ ਹੈ। ਉਹਨੂੰ ਕੋਈ 3-4 ਦਿਨ ਉਹਦੇ ਮੂੰਹ ਵਿੱਚ ਭੰਨਣੇ ਨੇ ਆਂਡੇ ਤੇ ਉਹਨੂੰ ਅੱਲਾ ਬਿਹਤਰ ਕਰ ਦੇਵੇਗਾ। ਸਹੀ ਹੋ ਗਿਆ। ਔਰ ਅਗਰ ਜਿਹੜਾ ਵੇ ਗਲਗੋਟੂ ਹੋਈਏ ਉਹਦਾ ਕੀ ਇਲਾਜ ਹੁੰਦਾ ਹੈ? ਉਹਦਾ ਟੀਕਾ ਹੁੰਦਾ ਗਲਗੋਟੂ ਦਾ, ਉਹਦਾ ਦੇਸੀ ਇਲਾਜ ਕੋਈ ਨਹੀਂ, ਸਵਾਏ ਲਾਲ ਮਿਰਚਾਂ। ਮਿਰਚ ਵੀ ਨਹੀਂ ਉਹਦੇ ਤੇ ਕਾਮਯਾਬ, ਉਹਦੇ ਤੇ ਟੀਕਾ ਹੀ ਕਾਮਯਾਬ ਹੈ।
ਠੀਕ ਹੈ। ਗਲਕੋਟੂ ਦਾ ਅਗਰ ਜਿਹੜਾ ਵੇ ਮੱਝ ਜਿਹੜੀ ਹੈ ਉਹਦਾ ਇੱਕ ਬੜਾ ਅਹਿਮ ਸਵਾਲ ਹੈ ਕਿ ਇੱਕ ਮੱਝ ਜਿਹੜੀ ਧਰੋਈ ਜਾਂਦੀ ਹੈ, ਜੀ ਸੂਆ ਖਰਾਬ ਹੋ ਜਾਂਦਾ ਹੈ, ਜੀ ਉਹਦਾ ਫਿਰ ਕੀ ਇਲਾਜ ਕਰਨਾ ਚਾਹੀਦਾ ਤਾਂ ਕਿ ਉਹਦਾ ਜਿਹੜਾ ਦੁੱਧ ਹੈ ਉਹ ਆਪਣੇ ਦੁੱਧ ਉਹਦਾ ਮੇਨਟੇਨ ਰਹੇ, ਦੁੱਧ ਨਾ ਖਰਾਬ ਹੋਏ, ਉਹਦਾ ਕੀ ਇਲਾਜ ਕਰਨਾ ਚਾਹੀਦਾ? ਦੁੱਧ ਉਹਦਾ ਕੋਈ ਕਿਸੇ ਤਰੀਕੇ ਖਰਾਬ ਨਹੀਂ ਹੁੰਦਾ। ਅਗਰ ਸੂਆ ਮਾਰ ਗਈ ਹੈ ਸਾਡੇ ਕੋਲ ਤੇ ਅੱਲਾ ਕਰਮ ਕਰੇ ਤੇ ਐਸਾ ਮਸਲਾ ਕੋਈ ਜੀ। ਨਹੀਂ। ਸਾਡੀ ਉਹ ਪਰਲੇ ਕੋਨੇ ਤੇ ਮੱਝ ਉਹਨੇ 2 ਵਾਰੀ ਜਾ ਸੁੱਟਿਆ, ਅੱਛਾ, ਅਸੀਂ ਉਹਦੇ ਨਾਲ ਕੋਈ ਇਲਾਜ ਮਾਰਚਾ ਨਹੀਂ ਕੀਤਾ। ਉਹ ਫੇਰ ਵੇਗ ਵਿੱਚ ਆਈ ਹੈ, ਬਣਵਾਈ ਹੈ, ਹੁਣ ਦੁੱਧੋਂ ਛੱਡ ਦਿੱਤੀ ਹੈ, ਅੱਲਾ ਕਰਮ ਕਰੇ ਤੇ ਠੀਕ ਹੈ, ਸੂਣ ਵਾਲੀ ਹੈ ਮੱਝ। ਸਹੀ ਹੋ ਗਿਆ। ਜੀ ਤੇ ਜਿਹੜੀ ਮੱਝ ਨਹੀਂ ਬਣਦੀ, ਖਲੋਂਦੀ ਨੇ ਜਿਹਨੂੰ ਅਸੀਂ ਕਹਿੰਦੇ ਆ, ਜੀ ਉਹ ਕਿਸ ਤਰ੍ਹਾਂ ਨੂੰ ਖਿਲਾ ਰਹੀਏ? ਉਹ ਤੇ ਬਿਲਕੁਲ ਡਾਕਟਰੀ ਇਲਾਜ ਹੀ ਉਹਦੇ ਨਾਲ ਕਰੇ ਤੇ ਫੇਰ ਹੀ ਹੈ ਨਾ। ਦੇਸੀ ਇਲਾਜ ਨਹੀਂ ਕੋਈ ਹੈ? ਦੇਸੀ ਇਲਾਜ ਉਹਦੇ ਨਾਲ ਇਹ ਹੀ ਹੈ ਕਿ ਉਹ ਨਹੀਂ ਐਸਰਾ ਖਲੋਤੀ, ਉਹਨੂੰ ਮੁਸ਼ਕ ਪੂਰ ਦੇਵੋ ਜਾਂ ਉਹਨੂੰ ਦੇਸੀ ਤੇਲ ਦੇਵੋ। ਕੁਝ ਲੋਕ ਕਹਿੰਦੇ ਨੇ ਖੁਸ਼ਕੀ ਦੀ ਵਜ੍ਹਾ ਨਾਲ ਹੁੰਦਾ ਖੁਸ਼ਕੀ ਦੀ ਉਹਨੂੰ ਦੇਸੀ ਤੇਲ ਦੇਵੋ, 2 ਵਾਰੀ ਦੇਵੋ, 3 ਵਾਰੀ ਦੇਵੋ। ਅਗਰ ਉਹ ਫਿਰ ਵੀ ਨਹੀਂ ਖਲੋਂਦੀ ਫਿਰ ਉਹਨੂੰ ਨੀਲ ਜ਼ੈਨ ਦੇਵੋ ਲਿਆ ਕੇ, ਉਹ ਦੇ ਕੇ ਤੇ ਫਿਰ ਉਹ ਗਰਮ ਹੋਏ ਬਾਅਦ ਵਿੱਚ ਤੇ ਫਿਰ ਉਹਨੂੰ ਬਣਵਾਓ। ਅੱਲਾ ਕਰਮ ਕਰੇ, ਅੱਲਾ ਚਾਹੇ ਤੇ ਫਿਰ ਉਹ ਮੱਝ ਨਿਕਲ ਪਏਗੀ। ਜਿਓਰ ਦਾ ਕੀ ਇਲਾਜ ਕਰੀਏ? ਅਗਰ ਜਿਓਰ ਟੁੱਟ ਗਈ ਹੈ ਜਾਂ ਮੱਝ ਨਹੀਂ ਸੁੱਟਦੀ ਵੀ ਜਾਂ ਗਾਈ ਨਹੀਂ ਸੁੱਟਦੀ ਵੀ ਤੇ ਕੀ ਇਲਾਜ ਕਰੀਏ? ਉਹਨੂੰ ਗਾਈ ਦਾ ਦੁੱਧ ਤੇ ਗਲਕੰਦ ਦੇਵੋ, ਅੱਲਾ ਅੱਛਾ। ਕਰਮ ਕਰੇਗਾ ਤੇ ਸੁੱਟ ਦੇਗੀ। ਅਗਰ ਦੁੱਧ ਨਹੀਂ ਦਿੱਤਾ ਗਿਆ, ਗਲਕੰਦ ਤੇ ਚੀਨੀ, ਅੱਧਾ ਕਿਲੋ ਗਲਕੰਦ ਤੇ ਅੱਧਾ ਕਿਲੋ ਚੀਨੀ ਲੈ ਕੇ ਉਹਨੂੰ ਆਪਸ ਵਿੱਚ ਮਿਕਸ ਕਰਕੇ ਤੇ ਉਹਨੂੰ ਦੇਵੋ ਤੇ ਅੱਲਾ ਚਾਹੇ ਤੇ ਉਹ ਸੁੱਟ ਦੇਗੀ। ਅਗਰ ਉਸ ਤਰ੍ਹਾਂ ਨਹੀਂ ਸੁੱਟੀ ਤੇ 2-3 ਵਾਰੀ ਉਹਨੂੰ ਦਿਓ ਗਾਈ ਦੇ ਦੁੱਧ ਵਿੱਚ ਤੇ ਉਹ ਗਲ ਕੇ ਆਟੋਮੈਟਿਕ ਬਾਹਰ ਨਿਕਲ ਜਾਏਗੀ। ਗਾਈ ਮਹੀਂ ਉਹਨੂੰ ਨੁਕਸਾਨ ਕੋਈ ਨਹੀਂ, ਫਾਇਦਾ ਹੋਏਗਾ, ਬਲਕਿ ਉਹ ਦੇਣ ਦਾ ਦੁੱਧ ਤੇ ਗਲਕੰਦ ਨਾਲ ਦੁੱਧ ਦੀ ਉਹਦੀ ਮਿਕਦਾਰ ਜਿਹੜੀ ਉਹ ਠੀਕ ਰਹੇਗੀ, ਬਰਕਰਾਰ ਰਹੇਗੀ, ਜ਼ਿਆਦਾ ਦੇਗੀ ਤੇ ਉਹ ਜਿਹੜੀ ਜੋਰ ਹੈ ਉਹ ਗਲ ਕੇ ਬਾਹਰ ਨਿਕਲ ਜਾਏਗੀ। ਜਿਹੜੀ ਮੱਝ ਪਿੱਛਾ ਮਾਰ ਜਾਂਦੀ ਉਹਦਾ ਕੀ ਇਲਾਜ ਕਰੀਏ? ਬਈ ਉਹਦਾ ਇਲਾਜ ਸਾਡੇ ਕੋਲ ਤੇ ਕੋਈ ਨਹੀਂ। ਉਹਦਾ ਤੇ ਇਲਾਜ ਡਾਕਟਰ ਕਿਸੇ ਕੋਲ ਕੋਈ ਹੈ ਤੇ ਹੈ ਨਹੀਂ। ਤੇ ਮੇਰੀਆਂ 2 ਮਈਆਂ ਨੁਕਸਾਨ ਹੋ ਗਈਆਂ ਨੇ ਪਿੱਛਾ ਕੱਢ ਕੇ। ਇਹ ਅੱਲਾ ਹੀ ਉਹਨੂੰ ਹੈ ਕਰਮ ਕਰ ਦੇਵੇ ਤੇ ਕਰ ਦੇਵੇ, ਬਾਹਰ ਹਾਲ ਪਿੱਛੇ ਵਾਲਾ ਕੋਈ ਮਸਲਾ ਨਹੀਂ। ਜਾਨਵਰ ਜਦੋਂ ਆਪਸ ਵਿੱਚ ਭਿੜਦੇ ਨੇ ਉਹਨਾਂ ਨੂੰ ਕੋਈ ਜ਼ਖਮ ਹੋ ਜਾਂਦਾ ਹੈ, ਜ਼ਖਮ ਦੇ ਵਿੱਚ ਬਾਜ਼ੂਕਾਤ ਕੀੜੇ ਵੀ ਬਣ ਜਾਂਦੇ ਨੇ, ਜੀ ਉਹਦਾ ਕੀ ਇਲਾਜ ਹੋਣਾ ਚਾਹੀਦਾ? ਕੀੜੇ ਬਣ ਜਾਣ ਤੇ ਉਹਦੇ ਦਾ ਇਲਾਜ ਸਾਰਿਆਂ ਨੂੰ ਇਸੇ ਤਰ੍ਹਾਂ ਟੂਣੇ ਹੀ ਨੇ ਦੇਸੀ ਉਹਦੇ ਤੇ ਉਹ ਕੀ ਉਹਨੂੰ ਆਂਦੇ ਉਹ ਲਾਉਂਦੇ ਨੇ ਫਰਨੈਲ। ਫਰਨੈਲ, ਉਹਦਾ ਟਿੱਕੀ ਪਈ ਕੇ ਤੇ ਉਹਦੇ ਵਿੱਚ ਲਾ ਦਿਓ, ਉੱਥੇ ਮੱਖੀ ਨਹੀਂ ਬਹਿ ਗਈ, ਕੀੜਾ ਖਤਮ ਹੋ ਗਿਆ। ਨਹੀਂ ਉਹ ਵੀ ਗੱਲ ਨਹੀਂ ਬਣੀ। ਪੀਟਰਾਂ ਦਾ ਤੇਲ, ਡੀਜ਼ਲ, ਉਹਦਾ ਤੂੰਬਾ ਭਿਉਂਕ ਤੇ ਉੱਤੇ ਰੱਖ ਕੇ ਤੇ ਉਹਨੂੰ ਪੱਟੀ ਬੰਨ੍ਹ ਦਿਓ, ਕੀੜੇ ਖਤਮ ਹੋ ਜਾਣਗੇ। ਖੁਸ਼ਕ ਵੀ ਜ਼ਖਮ ਹੋ ਜਾਏਗਾ, ਅੱਗੋਂ ਮੱਖੀ ਨਹੀਂ ਬਹਿਗੀ, ਕੀੜਾ ਨਹੀਂ ਬਹਿਗਾ, ਜ਼ਖਮ ਜਲਦੀ ਖੁਸ਼ਕ ਹੋਏਗਾ। ਆਖਰ ਦੱਸਿਓ ਅਗਰ ਫਾਰਾ ਹੋਈਏ ਤਾਂ ਉਹਦਾ ਕੀ ਇਲਾਜ ਕਰੀਏ? ਅਫਾਰਾ ਹੋਈਏ ਤੇ ਉਹਦਾ ਤੇਲ ਕਾਰਬੀਨ ਦਾ ਜਿਹਨੂੰ ਆਂਦੇ ਹੋ ਜੀ ਜੀ, ਉਹਨੂੰ ਉਹਦੇ ਮੂੰਹ ਦੇ ਵਿੱਚ ਉਹ ਦੀ ਤਕਰੀਬਨ 1 ਛਟਾਕ ਉਹਨੂੰ ਉਹ ਤੇਲ ਦੇ ਦੇਵੋ। ਸਹੀ ਹੈ। ਅਗਰ ਉਹ ਵੀ ਨਹੀਂ ਵਕਤੀ ਤੌਰ ਤੇ ਲੱਭਾ, ਇਹ ਕਾਲਾ ਤੇਲ ਡੀਜ਼ਲ ਮੋਬਲੈਲ ਹੁੰਦਾ ਕਾਲਾ, ਜਿਹੜਾ ਗੱਡੀਆਂ ਦਾ ਨਿਕਲਿਆ ਜਾਂ ਪੀਟਰਾਂ ਦਾ ਨਿਕਲਿਆ, ਉਹ 2-3 ਕਤਰੇ 4-5-7 ਕਤਰੇ ਉਹਦੇ ਮੂੰਹ 'ਚ ਸੁੱਟ ਦਿਓ। ਉਹ ਵੀ ਨਹੀਂ ਸੁੱਟੇ ਗਏ, ਅੰਬ 4 ਪੁਰਾਣਾ ਅੰਬ ਦਾ ਹੋਏ, ਉਹਨੂੰ ਉਹ 2-3 ਡਲੀਆਂ ਦੇ ਦਿਓ, ਅੱਲਾ ਕਰਮ ਕਰੇਗਾ, ਉਹਦਾ ਫਾਰਾ ਲਾਈਏਗਾ। ਅਗਰ ਉਹ ਵੀ ਨਹੀਂ, ਕੱਚੀ ਲੱਸੀ, ਦੁੱਧ ਦੀ ਕੱਚੀ ਲੱਸੀ ਕਰਕੇ ਦੁੱਧ ਲਿਆ, ਕਿਲੋ ਪਾਣੀ ਪਾ ਕੇ ਤੇ ਵਿੱਚ ਮੱਠਾ ਜਾਂ ਨਮਕ ਪਾ ਕੇ ਉਹਨੂੰ ਦੇਵੋ, ਅੱਲਾ ਕਰਮ ਕਰੇਗਾ ਤੇ 5-7 ਮਿੰਟਾਂ ਬਾਅਦ ਉਹਦਾ ਫਾਰਾ ਲਾਈਏਗਾ। ਜ਼ਬਰਦਸਤ ਜ਼ਬਰਦਸਤ। ਨਹੀਂ ਤੇ ਉਹਨੂੰ ਹਲਦੀ ਤੇ ਮੱਖਣ ਦਿਓ, ਉਹਦਾ ਫਾਰਾ ਫਿਰ ਅੱਲਾ ਕਰਮ ਕਰੇ ਲਾਈਏਗਾ। ਸਹੀ ਹੈ ਜੀ। ਤੇ ਆਖਰ ਤੇ ਤੁਸੀਂ ਸਾਨੂੰ ਇਹ ਦੱਸਣਾ ਇੱਕ ਨੁਸਖਾ ਕਿ ਜਾਨਵਰਾਂ ਨੂੰ ਕਿਹੜਾ ਮਸਾਲਾ ਲਗਾਤਾਰ ਦਿੰਦੇ ਰਹੀਏ ਤਾਂ ਕਿ ਉਹਨਾਂ 'ਚ ਬਿਮਾਰੀਆਂ ਆਣ ਹੀ ਨਾ। ਕਿ ਜੇ ਇੱਕ ਤਾਂ ਤੁਹਾਨੂੰ ਦੱਸਿਆ ਤੇਲ ਜੀ, ਜਿਹੜਾ ਵੇ ਉਹ ਉਹਨਾਂ ਨੂੰ ਦੇਣਾ ਚਾਹੀਦਾ ਸਰੋਂ ਦਾ, ਕਿ ਚੌਥਾ ਦਿਨ ਨਾ ਆਉਣ ਦੇਵੋ, ਕਿ 4 ਦਿਨ ਦੇ ਵਿੱਚ ਇੱਕ ਵਾਰੀ ਤੇਲ ਦੇ ਦਿਓ। ਦੇ ਦਿਓ ਜੀ। ਇਸ ਤੋਂ ਇਲਾਵਾ ਜਿਹੜਾ ਕੋਈ ਮਿਰਚਾਂ, ਦਾਦੜ ਮਿਰਚਾਂ ਜਾਂ ਹੋਰ ਕੋਈ ਹਲਦੀ ਛਲਦੀ ਹੈ ਜਾਂ ਕੋਈ ਉਹ ਪਿਆਜ਼ ਵਗੈਰਾ ਨੇ, ਉਹਨਾਂ ਦਾ ਕੀ ਸਕੀਮ ਸਾਨੂੰ ਦੱਸ ਦਿਓ ਤਾਂ ਕਿ ਲਗਾਤਾਰ ਉਹਨੂੰ ਦਿੰਦੇ ਜਾਈਏ ਔਰ ਜਾਨਵਰ ਖਰਾਬ ਨਾ ਹੋਏ। ਇਹ ਲਗਾਤਾਰ ਨਹੀਂ, ਮੌਸਮ ਦੇ ਹਿਸਾਬ ਨਾਲ ਹੁੰਦਾ ਹੈ। ਹਰੀ ਮਿਰਚ ਤੇ ਅਦਰਕ ਉਹਨੂੰ ਕੁੱਟ ਕੇ ਜਦੋਂ ਪਰਾਲੀ ਦਾ ਅੱਗੋਂ ਮੌਸਮ ਆਉਣਾ ਤੇ ਫਿਰ ਉਹ ਪਰਾਲੀ ਦੇ ਵਿੱਚ 5-7 ਦਿਨੀ 4 ਦਿਨੀ ਦਾਦੜ ਮਿਰਚ ਉਹਨੂੰ ਦਿੰਦਿਆਂ ਰਹਿਣਾ ਚਾਹੀਦਾ, ਬਿਹਤਰ ਹੋਏਗਾ। ਉਹਦੀ ਉਹ ਬਾਈਬਾਦੀ ਜਿਹਨੂੰ ਆਂਦੇ ਨੇ ਉਹ ਨਹੀਂ ਹੋਵੇਗੀ, ਜ਼ਹਿਰ ਨਹੀਂ ਹੋਵੇਗਾ ਤਕਰੀਬਨ। ਠੀਕ ਹੈ। ਅਗਰ ਉਹ ਕੰਮ ਨਹੀਂ ਕਰ ਸਕੇ ਤੇ ਫਿਰ ਇਹਦੇ ਨਾਲ ਇਹ ਹੀ ਹੈ ਕਿ ਉਹਨੂੰ ਕੁਝ ਨਾ ਕੁਝ ਤੇ ਦੇਣਾ ਪੈਣਾ। ਮਿਰਚਾਂ ਹਰੀਆਂ ਦੇਵੋ, ਲਾਲ ਦਾਦੜ ਦੇਵੋ, ਪੀਸੀ ਦੂਸਰੀ ਮਿਰਚ ਨਾ ਦੇਵੋ। ਠੀਕ ਹੈ। ਉਹਦੇ ਜਿਹੜੀ ਦਾਦੜ ਵੀ ਦੇਣੀ ਉਹਨੂੰ ਸੁੱਕੀ ਮਿਰਚ ਨਹੀਂ ਦੇਣੀ, ਉਹਦੇ ਵਿੱਚ ਥੋੜਾ ਪਾਣੀ ਪਾ ਕੇ ਉਹਨੂੰ ਮਿਕਸ ਕਰਕੇ ਤੇ ਉਹ ਥੋੜੀ ਡਾਢੀ ਹੋ ਜਾਏਗੀ, ਉਹ ਬਣ ਜਾਏਗੀ ਮੁੱਠ ਦੀ ਮੁੱਠ, ਤੇ ਉਹ ਉਹਨੂੰ ਦੇਵੋਗੇ, ਉਹਨੂੰ ਅਥਰੂ ਨਾ ਤਾਂ ਕਿ ਲੱਗੇ ਡੰਗਰ ਨੂੰ। ਸਹੀ ਹੈ। ਸੁੱਕੀ ਆਸਰਾ ਦਈਏ ਤੇ ਫਿਰ ਅਥਰੂ ਲੱਗ ਜਾਏਗਾ। ਜਦੋਂ ਉਹ ਡੰਗਰ ਸਾਂਸ ਪਿਛਾਂ ਖਿੱਚੇਗਾ ਤੇ ਉਹਨੂੰ ਮਿਰਚ ਲੱਗੇਗੀ ਦਿਮਾਗ ਨਾਲ, ਉਹ ਅਥਰੂ ਬਣ ਜਾਏਗਾ। ਅੱਛਾ, ਇਹ ਅਥਰੂ ਦੀ ਵੀ ਗੱਲ ਸੁਣਾਇਓ ਕਿ ਇੱਕ ਬੰਦੇ ਨੇ ਵੀ ਸਵਾਲ ਪੁੱਛਿਆ ਸੀ ਕਿ ਅਥਰੂ ਜਿਹੜਾ ਜਾਨਵਰ ਨੂੰ ਅਗਰ ਹੋਈਏ ਉਹਨੂੰ ਕੋਈ ਸ਼ਾਇਦ ਦਿੰਨੇ ਪਿਆ ਤੇ ਉਹ ਅਥਰੂ ਉਤਰ ਆਇਆ ਉਹਦਾ ਫਿਰ ਕੀ ਇਲਾਜ ਹੋਣਾ ਚਾਹੀਦਾ? ਉਹਨੂੰ ਰੋਟੀ ਪਕਾ ਕੇ ਇੱਕ ਪਾਸਾ ਕੱਚਾ ਤੇ ਇੱਕ ਪਾਸਾ ਪੱਕਾ,
ਉਹਨੂੰ ਰੋਟੀ ਦੀ ਬੁਰਕੀ ਇੰਨੀ ਜ਼ਿਆਦਾ ਬਣਾਉਣੀ ਚਾਹੀਦੀ ਹੈ ਕਿ ਉਹਨੂੰ ਡੰਗਰ ਲਾਲਚ ਨਾਲ ਰੋਟੀ ਨੂੰ ਲਾਲਚ ਨਾਲ ਖਾਂਦਾ ਹੈ। ਜੀ ਜੀ ਉਹਦਾ ਜ਼ਿਆਦਾ ਹੋਏਗਾ, ਉਹ ਗਰਾਹ ਜ਼ਿਆਦਾ ਬਣੇਗਾ। ਜਦੋਂ ਜ਼ਿਆਦਾ ਗਰਾਹ ਪਿਛਾ ਨੂੰ ਲਗਾਏਗਾ ਨਾ ਤੇ ਉਦੋਂ ਇਹ ਕਤਰਾ ਹੁੰਦਾ ਦਿਮਾਗ ਤੋਂ ਲੱਗਦਾ ਨਿਕਲਦਾ ਅੱਥਰੂ ਬਿਲਕੁਲ। ਵਾਲਾ। ਜੀ ਜੀ ਤੇ ਇਹ ਜਦੋਂ ਜਾਏਗੀ ਰੋਟੀ ਦਾ ਬੁਰਕੀ ਫਸ ਕੇ ਜਾਏਗੀ, ਜ਼ਿਆਦਾ ਹੋਏਗੀ ਤੇ ਉਹਨੂੰ ਅੱਲਾ ਕਰਮ ਕਰੇਗਾ ਤੇ ਉਹਦੇ ਨਾਲ ਰੋਟੀ ਨਾਲੋਂ ਪਿਛਾ ਹਟੇਗਾ ਤੇ ਲਾਈਏਗਾ। ਅਗਰ ਉਹ ਵੀ ਨਹੀਂ ਤੇ ਚਣੇ ਭੁੱਜੇ ਲੈ ਕੇ ਉਹਨਾਂ ਨੂੰ ਦਲ ਲੈਣ, ਦਲ ਕੇ ਮੋਟਾ ਮੋਟਾ ਤੇ ਵਿੱਚ ਥੋੜਾ ਗੁੜ ਪਾ ਕੇ ਉਹਨੂੰ ਪਿੰਨੀ ਬਣਾ ਕੇ ਤੇ ਉਹ ਦੇਵੋਗੇ ਤੇ ਉਹਦਾ ਨਾਲ ਵੀ ਉਹਦਾ ਅਥਰੂ ਜਿਹੜਾ ਉਹ ਖਤਮ ਹੋ ਜਾਏਗਾ। ਅੱਛਾ, ਤੇ ਮੱਝ ਨੂੰ ਕਿਹੜੀ ਚੀਜ਼ ਦਈਏ ਸੂਣ ਤੋਂ ਬਾਅਦ ਔਰ ਸੂਣ ਤੋਂ ਪਹਿਲੇ, ਤਾਂ ਕਿ ਉਹਦਾ ਸੂਆ ਜਿਹੜਾ ਵੇ ਪਹਿਲੇ ਵੀ ਤੇ ਬਾਅਦ ਚ ਵੀ ਠੀਕ ਰਹੇ? ਭਾਈ ਸੂਣ ਤੋਂ ਪਹਿਲਾਂ ਤੇ ਆਂਦੇ ਨੇ ਦੇਸੀ ਘਿਓ ਦੇਵੋ, ਦੇਸੀ ਘਿਓ ਦੇਵੋ, ਨਿੰਬੂ ਦੇਵੋ ਉਹਨੂੰ। ਕਿਸ ਤਰ੍ਹਾਂ ਔਰ ਕਦੋਂ ਕਦੋਂ? ਨਿੰਬੂ ਕੱਟ ਕੇ ਤਕਰੀਬਨ ਲੈ ਕੇ, ਨਿੰਬੂ ਲੈ ਕੇ ਉਹਨਾਂ ਦੇ ਵਿੱਚ ਕੋਈ 2 ਕਿਲੋ ਨਿੰਬੂ ਨੇ, ਕੋਈ ਅੱਧਾ ਕਿਲੋ ਚੀਨੀ ਹੈ, ਅੱਧਾ ਕਿਲੋ ਨਮਕ ਹੈ, ਨਿੰਬੂ ਕੱਟ ਕੇ ਉਹਨਾਂ ਦੇ ਵਿੱਚ ਸੁੱਟ ਦੇਣਾ ਬਰਤਨ ਦੇ, ਕਿਸੇ ਮਿੱਟੀ ਦਾ ਕੋਈ ਭਾਂਡਾ ਲੈ ਕੇ। ਉਹਦੇ ਵਿੱਚ 2 ਦਿਨ ਪਏ ਰਹਿਣਗੇ ਤੇ ਫਿਰ ਉਹ ਨਿੰਬੂ ਪਾਣੀ ਆਪ ਛੱਡ ਜਾਂਦੇ ਨੇ, ਗਲ ਜਾਂਦੇ ਨੇ ਚੀਨੀ ਨਾਲ, ਨਮਕ ਨਾਲ। ਬਿਲਕੁਲ। ਉਹਦੇ ਚੋਂ ਨਾਲ ਪਾਣੀ ਦੀ ਕੱਢੀ ਤੇ ਮਹੀਂ ਨੂੰ ਦੇ ਦਿੱਤੀ, ਜਾਂ ਉਹ ਜ਼ਿਆਦਾ ਬਈ ਉਹ ਫੋਗ ਨੇ ਇੱਕ ਮੁੱਠ ਭਰੀ ਤੇ ਫੋਗਾਂ ਦੀ ਵੀ ਦੇ ਦਿੱਤੀ, ਮਹੀਂ ਹੈ ਜਾਂ ਗਾਈ ਹੈ। ਸਹੀ ਹੈ। ਤੇ ਜਦੋਂ- ਦੇਸੀ ਜਿਹੜਾ ਘਿਓ ਹੈ ਜੀ ਉਹ ਕਿਸ ਤਰ੍ਹਾਂ? ਦੇਸੀ ਘਿਓ ਜਿਹੜਾ ਨਾਲ ਚ ਅਸੀਂ ਤੇ ਨਾਲ ਵਿੱਚ ਪਾ ਕੇ ਦੇ ਦਿੰਦੇ ਆ। ਅਗਰ ਉਸ ਤਰ੍ਹਾਂ ਨਹੀਂ ਕਰਨਾ ਹੂੰ। ਤੇ ਅਥਰੂ ਨਾ ਲੱਗੇ, ਜੀ ਉਹਨੂੰ ਕਿਸੇ ਦਾਬੜੇ ਚ ਪਾ ਲਓ, ਉਹਦੇ ਤੇ ਚੌਕਰ ਪਾਓ, ਕੋਈ ਚੀਜ਼ ਪਾਓ, ਡੰਗਰ ਆਪ ਹੀ ਖਾਈ ਜਾਂਦਾ ਤੇ ਉਹ ਸਭ ਤੋਂ ਬਿਹਤਰ ਹੈ। ਸਹੀ ਹੋ ਗਿਆ। ਔਰ ਮੱਝ ਸੂ ਪਈ ਹੈ, ਗਾਈ ਸੂ ਪਈ, ਉਹਦੇ ਬਾਅਦ ਕੀ ਇਖਤਿਆਰ ਕਰੀਏ, ਕਿਹੜੀ ਸ਼ਾਇਦ ਦਈਏ? ਉਸ ਤੋਂ ਬਾਅਦ ਤੇ ਇਹ ਉਹਨੂੰ ਕੋਈ 5-7 ਦਿਨ ਤੇ ਕੋਈ ਚੀਜ਼ ਦੇਣੀ ਨਹੀਂ ਚਾਹੀਦੀ। ਬਿਲਕੁਲ, ਦਿੰਦੇ ਜ਼ਬਰਦਸਤ। ਸਾਂ, ਗੁੜ ਦਿੰਦੇ ਸਾਂ, ਅਸੀਂ ਵੀ ਦਿੰਦੇ ਸਾਂ। ਅਸਾਂ ਗੁੜ ਦੇਣਾ ਛੱਡ ਦਿੱਤਾ ਕਿ ਗੁੜ ਜਿਹੜਾ ਹੁਣ ਇਹ ਲਿਆਉਂਦੇ ਆ ਫੈਸਲਾਬਾਦੀ, ਉਹ ਆਂਦੇ ਫੈਸਲਾਬਾਦੀ ਨੇ ਵੱਲਾ ਆਲਮੋ ਕਿੱਥੋਂ ਦਾ ਆਇਆ ਕਿ ਹੁਣ ਕਿਹੜਾ ਨਹੀਂ, ਇਹ ਖਟਾ ਹੁੰਦਾ ਹੈ, ਜੀ, ਚਿੱਟਾ ਹੁੰਦਾ, ਜੀ, ਬੜਾ ਜੀ। ਸੋਹਣਾ ਹੁੰਦਾ। ਉਹ ਮਹੀਂ ਨੂੰ ਦਈਏ, ਉਹਦੇ ਨਾਲ ਚੰਦਰੀ ਬਹੁਤ ਜਲਦੀ ਹੁੰਦੀ ਹੈ, ਉਹ ਲੋਹ ਪਾਉਂਦੀ ਹੈ, ਲੋਹ ਤੋਂ ਚੰਦਰੀ ਹੋ ਜਾਂਦੀ ਹੈ, ਮਹੀਂ ਹੋਏ ਗਾਈ ਹੋਏ। ਸਹੀ ਹੈ। ਅਸੀਂ ਗੁੜ ਨਹੀਂ ਦੇਣਾ। ਯਾਨੀ ਕਿ ਉਹਨੂੰ ਨਾਰਮਲ ਰੂਟੀਨ ਦੇ ਵਿੱਚ ਚੋਖਰ, ਖਲ, ਤੂੜੀ ਜੀ। ਵੰਡਾ ਪਾਈਏ, ਬਿਲਕੁਲ। 7-8 ਦਿਨਾਂ ਬਾਅਦ ਉਹਨੂੰ ਕੁਛ ਹੈ ਜਿਹੜੀ ਉਹ ਅਸੀਂ ਦਈਏ। ਜੋ ਵੀ ਦੇਣਾ ਗੁੜ ਦੇਸੀ ਲੱਭੇ ਤੇ ਦੇ ਦੇਵੋ। ਅਗਰ ਦੇਸੀ ਨਹੀਂ ਲੱਭਦਾ, ਜਿਹੜਾ ਘਰਾਂ ਦਾ ਰੋੜੀਆਂ ਦਾ ਹੁੰਦਾ ਜੀ, ਸੀ, ਜੀ, ਜੀ, ਪਿੰਡਾਂ ਦਾ, ਬਿਲਕੁਲ। ਇਹ ਗੁੜ ਹੋਵੇ ਤੇ ਬਿਲਕੁਲ ਬਿਹਤਰ ਹੈ। ਉਹਨੂੰ ਰੋਜ਼ ਰੁਟੀਨ ਨਾਲ ਅੱਧਾ ਕਿਲੋ ਵੀ ਦੇਵੋਗੇ ਤੇ ਕੋਈ ਮਸਲਾ ਨਹੀਂ। ਉਹ ਕਿੰਨੇ ਮਤਲਬ ਸੂ ਪਈ ਹੈ ਤੇ ਕਿੰਨੇ ਦਿਨ ਦਿੰਦੇ ਰਹੀਏ? ਉਹਨੂੰ ਤਕਰੀਬਨ ਉਹ ਅੱਟਾਂ ਸੁੱਟਣ ਤੱਕ ਉਹਨੂੰ ਜੀ, ਦਿਓ, ਜੀ। 10 ਦਿਨ 12 ਦਿਨ ਦਿਓ। ਠੀਕ ਹੈ। 10-12 ਦਿਨਾਂ ਚ 14 ਦਿਨਾਂ ਚੱਟਾਂ ਬਿਲਕੁਲ ਸੁੱਟ ਕੇ ਮਾਈ ਸਾਫ਼ ਹੋ ਗਈ ਹੈ। ਫਿਰ ਉਹਨੂੰ ਜੋ ਮਰਜ਼ੀ ਪਏ ਪਾਓ, ਵੰਡਾ ਪਾਓ, ਪੱਠੇ ਜਿਹੜੇ ਪਾਓ, ਦੁੱਧ ਸਹੀ ਹੈ। ਦੇਗੀ ਜ਼ਿਆਦਾ। ਤੇ ਬਾਅਦ ਤੋਂ ਅੱਟਾਂ ਜਿਹੜੀਆਂ ਨੇ ਫਸ ਜਾਂਦੀਆਂ ਨੇ, ਉਹਦਾ ਵੀ ਇਹੀ ਇਲਾਜ ਹੀ ਹੈ? ਨਹੀਂ, ਅੱਟਾਂ ਜਿਹੜੀਆਂ ਕਈ ਗਰਮੀ ਦੀ ਵਜ੍ਹਾ ਤੋਂ ਸਾੜ ਜਾਂਦੀਆਂ ਨੇ ਅੱਟਾਂ, ਕਈ ਉਂਝ ਨਹੀਂ, ਮਸਲਨ ਨੁਕਸ ਦੀ ਵਜ੍ਹਾ ਤੋਂ ਨਹੀਂ ਸੁੱਟਦੀਆਂ, ਜੀ, ਜਿਹੜੀ ਜੀ। ਗਰਮੀ ਦੀ ਵਜ੍ਹਾ ਤੋਂ ਸਾੜਦੀਆਂ ਨੇ ਅੱਟਾਂ। ਉਹਨਾਂ ਨੂੰ ਤਕਰੀਬਨ ਇੱਕ ਪਾ ਗਲਕੰਦ ਗੁਲਾਬ ਦੇ ਫੁੱਲਾਂ ਦੀ, ਜੀ ਇੱਕ ਮੱਝ ਨੂੰ ਗੁਲਾਬ ਦੇ ਫੁੱਲਾਂ ਦੀ ਗਲਕੰਦ ਇੱਕ ਪਾ ਲੈ ਕੇ ਉਹਨੂੰ ਤਕਰੀਬਨ ਅੱਧ ਪਾ ਜਿਹੜੀ ਉਹ ਗਲਕੰਦ ਘੋਟਣੀ ਜੀ। ਹੈ ਕੁੰਡੇ ਡੰਡੇ ਦੇ ਵਿੱਚ, ਤੇ ਘੋਟਣੀ ਚੰਗਾ ਡੰਡਾ ਨੂੰ ਤੇਲ ਲਾ ਕੇ ਜੀ ਉਹਨੂੰ ਬਣਾ ਕੇ ਘੋਟ ਕੇ ਜਦੋਂ ਇੱਕ ਜਾਨ ਹੋਏ ਉਹ ਵਿੱਚੋਂ ਕੁੰਡੇ ਚੋਂ ਮਤੈਰ ਤਾਂ ਚੁੱਕੋਗੇ ਤੇ ਉਹਦੀ ਤਾਰ ਬਣੇਗੀ। ਠੀਕ ਹੋ ਉਦੋਂ ਗਿਆ। ਉਹਨੂੰ ਛੱਡਣਾ, ਉਹਦੇ ਵਿੱਚ ਅੱਧਾ ਕਿਲੋ ਪਾਣੀ ਪਾ ਲੈਣਾ, ਸਹੀ ਹੈ। ਅੱਧਾ ਕਿਲੋ ਪਾਣੀ ਪਾ ਕੇ ਜਾਂ ਕਿਲੋ ਵੀ ਪਾਣੀ ਪਾ ਲਓ, ਹੂੰ। ਉਹਨੂੰ ਬਣਾ ਕੇ ਹੱਲ ਕਰਕੇ ਉਹਨੂੰ ਦੇਵੋ। ਉਹ ਤਕਰੀਬਨ ਉਹਨੂੰ 4 ਦਿਨ ਦੇਵੋ ਤੇ 5ਵੇਂ ਦਿਨ ਮੱਝ ਅੱਟਾਂ ਸੁੱਟ ਦੇਵੇਗੀ। ਠੀਕ ਹੋ ਗਿਆ। ਜਿਹੜੀ ਮਈ ਉਸ ਤਰ੍ਹਾਂ ਬਾਦੀ ਦੀ ਵਜ੍ਹਾ ਤੋਂ ਅੱਟਾਂ ਨਹੀਂ ਸੁੱਟੀਆਂ, ਉਹਨੂੰ ਇਹੋ ਹੀ ਗੁੜ ਅੱਧਾ ਕਿਲੋ ਲੈ ਕੇ ਵਿੱਚ ਅੱਧਾ ਕਿਲੋ ਨਮਕ ਪਾ ਕੇ ਗੁੜ ਨੂੰ ਬਣਾ ਕੇ ਕੁੱਟ ਕੇ ਮਿਕਸ ਕਰ ਲਵੋ। ਹੂੰ। ਉਹਨੂੰ 2 ਡੰਗ ਦੇਵੋ, ਤੀਸਰੇ ਡੰਗ ਮੱਝ ਅੱਟਾਂ ਸੁੱਟ ਦੇ। ਜ਼ਬਰਦਸਤ, ਕੀ ਬਾਤ ਹੈ। ਅਸ਼ਾ ਸਾਹਿਬ, ਤੁਸੀਂ ਬੜੀ ਕਮਾਲ ਦੀਆਂ ਗੱਲਾਂ ਕੀਤੀਆਂ ਨੇ। ਤੁਹਾਡੀਆਂ ਗੱਲਾਂ ਇਨਸ਼ਾਅੱਲਾ ਸਦਕਾ ਜਾਰੀਆਂ ਹੋਣਗੀਆਂ, ਲੋਕ ਫਾਇਦਾ ਲੈਣਗੇ ਔਰ ਨੁਕਸਾਨਾਤ ਤੋਂ ਬਚਣਗੇ। ਅੱਲਾਹ ਤਾਲਾ ਤੁਹਾਨੂੰ ਵੀ ਇਹਦੀ ਜਜ਼ਾ ਦੇਗਾ। ਅਗਰ ਕੋਈ ਬੰਦਾ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦਾ ਹੈ ਤਾਂ ਕੋਈ ਫ਼ੋਨ ਨੰਬਰ ਆਪਣਾ ਦੇ ਸਕਦੇ ਹੋ? ਜੀ ਬੋਲਿਓ ਫ਼ੋਨ ਨੰਬਰ। 0344 0344 640 640 99 99 55। 55। ਬਹੁਤ ਸ਼ੁਕਰੀਆ ਜੀ ਅਸ਼ਾ ਸਾਹਿਬ, ਤੁਹਾਡੀਆਂ ਗੱਲਾਂ ਬੜੀਆਂ ਹੀ ਜ਼ਬਰਦਸਤ ਨੇ। ਜਜ਼ਾਕੱਲਾ। अस्सलाम वालेकुम। ਵਾਲੇਕਮ ਅਸਲਾਮ।